ਤੇ ਮਹਾਰਾਜ ਜਦੋਂ ਵੇਦ ਹੈਗੇ ਨੇ ਫਿਰ ਬਾਕੀ ਦੇ ਉਪਦੇਸ਼ ਦੀ ਕੀ ਲੋੜ ਪੈ ਗਈ। ਤੇ ਜਦੋਂ ਸਤਿਗੁਰੂ ਮਹਾਰਾਜ ਨੂੰ ਆਪ ਕਹਿੰਦੇ ਹੋ ਕਿ ਵੇਦ ਹੈ, ਇਹ ਈਸ਼ਰ ਨੇ ਵੇਦ ਰਚੇ ਹਨ, ਤਾਂ ਫਿਰ ਉਹਨਾਂ ਨੂੰ ਕੀ ਲੋੜ ਪਈ ਹੈ ਉਪਦੇਸ਼ ਕਰਨ ਦੀ। ਮਹਾਰਾਜ ਕਹਿੰਦੇ ਗੁਰਮੁਖ ਰਹਿਆ ਸਮਾਈ। ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਨਾ ਉਹ ਸਰਬ ਵਿਆਪਕ ਹੈ। ਅਸਲ ਵਿੱਚ ਸਰਬ ਵਿਆਪਕ ਹੋਣ ਕਰਕੇ ਉਹ ਗੁਰੂ ਦੇ ਵਿੱਚ ਵੀ ਉਹੀ ਬੈਠਾ। ਇਸ ਕਰਕੇ ਸਰਬ ਵਿਆਪਕ ਹੋਣ ਕਰਕੇ ਅਕਾਲ ਪੁਰਖ ਨੇ ਹੀ ਉਪਦੇਸ਼ ਕੀਤਾ ਹੈ ਤੇ ਉਸੇ ਹੀ ਉਪਦੇਸ਼ ਨੂੰ ਆਪਾਂ ਨੇ ਮਿਲ ਕੇ ਕਮਾਉਣਾ। ਇਹਦੇ 'ਚ ਕੋਈ ਵਖਰੇਵਾਂ ਨਾ ਜਾਣੋ ਤੁਸੀਂ ਕਿ ਵੇਦ ਹਨ ਤਾਂ ਪਰਮੇਸ਼ਰ, ਹੁਣ ਪਰਮੇਸ਼ਰ ਦੀ ਜ਼ੁਬਾਨ ਬੰਦ ਹੋ ਗਈ ਇਹਨਾਂ ਗੱਲਾਂ ਕਰਕੇ ਵੀ ਵੇਦ ਹਨ, ਹੁਣ ਅੱਗੇ ਪਰਮੇਸ਼ਰ ਉਪਦੇਸ਼ ਨਹੀਂ ਦੇ ਸਕਦਾ। ਮਤਲਬ ਕਿ 4 ਵੇਦ ਬਣ ਗਏ, ਹੁਣ ਪਰਮੇਸ਼ਰ ਅਵਤਾਰ ਨਹੀਂ ਲੈ ਸਕਦਾ ਦੁਨੀਆ 'ਚ? ਲੈ ਸਕਦਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਰਬ ਵਿਆਪਕ ਪਰਿਪੂਰਨ ਹੈ, ਸਿੱਧਾ ਤਾਂ ਨਹੀਂ ਮਹਾਰਾਜ ਇਹ ਕਹਿੰਦੇ ਕਿ ਮੈਂ ਹਾਂ ਜਾਂ ਮੈਂ ਗੁਰੂ ਨਾਨਕ ਹਾਂ ਜਾਂ ਮੈਂ ਨਿਰਗੁਣ ਤੋਂ ਹੀ ਸਰਗੁਣ ਰੂਪ ਧਾਰਨ ਕਰਕੇ ਆਇਆ ਹਾਂ। ਹੁਣ ਇਹ ਤੇ ਲਕੋ ਰੱਖਦੇ ਨੇ, ਆ ਪਰਮੇਸ਼ਰ ਵੱਲ ਇਸ਼ਾਰਾ ਕਰਦੇ ਨੇ ਕਿ ਪਰਮੇਸ਼ਰ ਵਿਆਪਕ ਹੈ। ਸੋ ਕਹਿਣ ਲੱਗੇ ਅਸੀਂ ਤਾਂ ਪਰਮੇਸ਼ਰ ਦੇ ਉਪਦੇਸ਼ ਨੂੰ ਹੀ ਗੁਰੂ ਦਾ ਉਪਦੇਸ਼ ਸਮਝ ਕੇ ਕਮਾਉਂਦੇ ਹਾਂ। ਤੇ ਇਹਦਾ ਮਤਲਬ ਮਹਾਰਾਜ ਫਿਰ ਤੁਸੀਂ ਉਹ ਜਿਹੜਾ ਈਸ਼ਰ ਹੈ, ਉਹ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਉਹ ਜਿਹੜਾ ਪਾਰਵਤੀ, ਇਹ ਸਰਸਤੀ ਹੈ, ਇਹ ਜਿਹੜੀ ਲక్ష్ਮੀ ਹੈ, ਇਹ ਜਿਹੜੀਆਂ ਸ਼ਕਤੀਆਂ ਨੇ, ਇਹਦਾ ਮਤਲਬ ਫਿਰ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਹੋ। ਮਹਾਰਾਜ ਕਹਿੰਦੇ ਭਾਈ ਗੱਲ ਇਹ ਹੈ, ਗੁਰ ਈਸ਼ਰ ਮੇਰਾ ਜਿਹੜਾ ਅਕਾਲ ਪੁਰਖ ਹੈ ਨਾ, ਉਹ ਈਸ਼ਰ ਜਿਹੜਾ ਸ਼ਿਵ ਜੀ ਦਾ ਵੀ ਗੁਰੂ ਉਹੀ ਹੈ। ਸ਼ਿਵ ਜੀ ਦਾ ਗੁਰੂ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਨੇ ਇਹਨੂੰ ਬਣਾਇਆ। ਤੇ ਫਿਰ ਇੱਕ ਵੱਡਾ ਕੌਣ ਹੈ? ਕਹਿੰਦੇ ਗੁਰੂ। ਫਿਰ ਗੁਰੂ ਅਕਾਲ ਪੁਰਖ ਹੀ ਵੱਡੇ ਹੋਏ ਨਾ। ਗੁਰ ਗੋਰਖ, ਗੋ ਧਰਤੀ ਦੀ ਰੱਖਿਆ ਕਰਨੇ ਕਰਕੇ ਇਹਦਾ ਨਾਂ ਗੋਰਖ ਪੈਂਦਾ ਵਿਸ਼ਨੂੰ ਦਾ। ਇਹ ਜਿਹੜੇ ਵਿਸ਼ਨੂੰ ਜੀ ਨੇ, ਸੋ ਇਹ ਅਕਾਲ ਪੁਰਖ ਵਿਸ਼ਨੂੰ ਦਾ ਵੀ ਗੁਰੂ ਹੈ। ਮੇਰਾ ਜਿਹੜਾ ਸਤਿਗੁਰੂ ਹੈ ਨਾ ਅਕਾਲ ਪੁਰਖ, ਕਿਉਂਕਿ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੂੰ ਹੀ ਆਪਣਾ ਸਤਿਗੁਰੂ ਮੰਨਦੇ ਨੇ, ਕਿਉਂਕਿ ਉਹਨਾਂ ਨੇ ਮੂਲ ਮੰਤਰ, ਗੁਰਮੰਤਰ, ਮਾਲਾ ਮੰਤਰ ਤਾਂ ਅਕਾਲ ਪੁਰਖ ਨੇ ਹੀ ਬਖਸ਼ਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਸਾਨੂੰ, ਇਸ ਕਰਕੇ ਅਸੀਂ ਉਹਨਾਂ ਨੂੰ ਹੀ ਆਪਣਾ ਗੁਰੂ ਮੰਨਦੇ ਹਾਂ। ਤੇ ਮੇਰਾ ਗੁਰੂ ਹੀ ਜਿਹੜਾ ਹੈ ਉਹੀ ਇਹਨਾਂ ਦਾ ਗੁਰੂ ਹੈ, ਉਹੀ ਵੱਡਾ ਬਰਮਾ ਗੁਰ। ਇਹ ਜਿਹੜਾ ਬ੍ਰਹਮਾ ਹੈ ਇਹਦਾ ਗੁਰੂ ਵੀ ਅਕਾਲ ਪੁਰਖ ਹੀ ਹੈ। ਸੋ ਇਸੇ ਪ੍ਰਕਾਰ ਇਹ ਜਿਹੜੀ ਪਾਰਵਤੀ ਹੈ ਇਹ ਸ਼ਕਤੀ ਹੈ, ਇਹਦਾ ਵੀ ਗੁਰੂ ਉਹੀ ਹੈ, ਬਣਾਉਣ ਵਾਲਾ ਇਹਨੂੰ। ਮਾਂ ਤੋਂ ਭਾਵ ਮਾਇਆ ਜਿਹੜੀ ਲక్ష్ਮੀ ਹੈ, ਇਹਦਾ ਵੀ ਗੁਰੂ ਉਹੀ ਹੈ। ਈ ਤੋਂ ਭਾਵ ਸਰਸਤੀ ਹੈ, ਇਹ ਜਿਹੜੀ ਸਰਸਤੀ ਹੈ ਇਹਦਾ ਗੁਰੂ ਵੀ ਉਹੀ ਹੈ। ਸੋ ਇਸ ਕਰਕੇ ਮੇਰਾ ਸਤਿਗੁਰੂ ਸਮਰੱਥ ਹੈ ਅਕਾਲ ਪੁਰਖ। ਉਸ ਸਤਿਗੁਰੂ ਸਮਰੱਥ ਨੇ ਇਹਨਾਂ ਨੂੰ ਬਣਾਇਆ ਹੈ, ਤਾਂ ਤੇ ਮੈਂ ਆਪਣੇ ਸਤਿਗੁਰੂ ਨੂੰ ਹੀ ਸਾਰਾ ਕੁਝ ਮੰਨਦਾ। ਦੂਸਰੇ ਭਾਵ ਵਿੱਚ ਕਹਿੰਦੇ ਨੇ ਗੁਰ ਈਸ਼ਰ। ਮੇਰਾ ਜਿਹੜਾ ਗੁਰੂ ਹੈ ਨਾ ਅਕਾਲ ਪੁਰਖ ਵਾਹਿਗੁਰੂ, ਮੇਰੇ ਲਈ ਤਾਂ ਉਹੀ ਈਸ਼ਰ ਹੈ। ਕਿਵੇਂ? ਕਹਿੰਦੇ ਈਸ਼ਰ ਸ਼ਿਵ ਜੀ ਦਾ ਕੀ ਕੰਮ ਹੈ? ਕਹਿੰਦੇ ਜੀ ਸੰਘਾਰ ਕਰਨਾ, ਦੁਨੀਆ ਦਾ ਮਾਰਨਾ। ਕਹਿੰਦੇ ਬਸ ਮੇਰਾ ਸਤਿਗੁਰੂ ਕੀ ਕਰਦਾ? ਮੇਰਾ ਸਤਿਗੁਰੂ ਸਿੱਖ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸੰਘਾਰ ਕਰਦਾ। ਇਹ ਤਾਂ ਦੁਨੀਆ ਦਾ ਸੰਘਾਰ ਕਰਦਾ ਨਾ। ਸ਼ਿਵ ਜੀ ਨੇ ਤਾਂ ਖੁਦ ਕਾਮ ਨੇ ਘੇਰ ਲਿਆ ਸੀ, ਤਾਂ ਕਈ ਵਾਰ ਕ੍ਰੋਧੀ ਹੋ ਕੇ ਹੋਰ ਹੀ ਪੁੱਠੇ ਕੰਮ ਕਰ ਦਿੰਦਾ। ਪਰ ਮੇਰਾ ਅਕਾਲ ਪੁਰਖ ਰਮਿਆ ਹੋਇਆ ਪਰਮੇਸ਼ਰ ਰਾਮ, ਉਹ ਮੇਰਾ ਗੁਰਮੁਖ, ਉਹ ਮੇਰਾ ਸਤਿਗੁਰੂ, ਮੇਰੇ ਲਈ ਤਾਂ ਉਹੀ ਈਸ਼ਰ ਹੈ ਜਿਹੜਾ ਲੱਭ, ਲੋਭ, ਕਾਮ, ਕ੍ਰੋਧ, ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਚੌਥੇ ਪਾਤਸ਼ਾਹ ਮਹਾਰਾਜ ਦੀ ਪੰਕਤੀ ਹੈ।
ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਦਾ ਕੰਮ ਕੀ ਹੈ? ਜਿਹੜਾ ਸਿੱਖ ਸਤਿਗੁਰੂ ਦੀ ਸੰਗਤ ਕਰਦਾ, ਸਤਿਗੁਰੂ ਉਹਦੇ ਅੰਦਰੋਂ ਮਾੜੀਆਂ ਸਾਰੀਆਂ ਚੀਜ਼ਾਂ ਨੂੰ ਪੱਟ ਕੇ ਬਾਹਰ ਸੁੱਟ ਦਿੰਦੇ ਨੇ। ਇਸ ਕਰਕੇ ਮੇਰੇ ਲਈ ਤਾਂ ਮੇਰਾ ਸਤਿਗੁਰੂ ਹੀ ਮੇਰਾ ਸ਼ਿਵ ਹੈ। ਗੁਰ ਗੋਰਖ ਜਿਹੜਾ ਵਿਸ਼ਨੂੰ ਨੂੰ ਤੁਸੀਂ ਮੰਨਦੇ ਹੋ, ਮਹਾਰਾਜ ਕਹਿੰਦੇ ਮੇਰਾ ਤਾਂ ਗੁਰੂ ਅਕਾਲ ਪੁਰਖ ਸਤਿਗੁਰੂ ਹੀ ਮੇਰਾ ਵਿਸ਼ਨੂੰ ਹੈ। ਵਿਸ਼ਨੂੰ ਕੀ ਕੰਮ ਕਰਦੇ ਨੇ? ਕਹਿੰਦੇ ਗੋ ਧਰਤੀ ਦੀ ਰੱਖ ਰੱਖਿਆ ਕਰਦੇ ਨੇ, ਪਾਲਣਾ ਕਰਦੇ ਨੇ, ਰੋਜੀ ਰੋਟੀ ਦਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰੇ ਸਤਿਗੁਰੂ ਮੈਨੂੰ ਦਿੰਦੇ ਨੇ, ਸਭ ਕੁਝ ਦਿੰਦੇ ਨੇ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਕਿਉਂਕਿ ਇਹ ਨਜ਼ਰੀਆ ਹੈ ਆਪੋ ਆਪਣਾ। ਲੋਕ ਦੇਵਤਿਆਂ ਨੂੰ ਮੰਨਦੇ ਨੇ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹ ਮਾਲਕ ਨੂੰ ਮੰਨੋ, ਮਾਲਕ ਨੂੰ। ਉਹ ਜਿਹੜਾ ਮਾਲਕ ਸਾਰਿਆਂ ਨੂੰ ਦਿੰਦਾ, ਜਿਹੜੇ ਮਾਲਕ ਨੇ ਇਹਨਾਂ ਨੂੰ ਬਣਾਇਆ, ਉਹ ਈਸ਼ਰ ਵਿੱਚ ਜਿਹੜਾ ਸ਼ਿਵ ਜੀ 'ਚ ਸਮਰੱਥਾ ਕਿੱਥੋਂ ਆ ਗਈ ਦੁਨੀਆ ਨੂੰ ਮਾਰਨ ਦੀ? ਜੇ ਪ੍ਰਮਾਤਮਾ ਸ਼ਿਵ ਜੀ 'ਚੋਂ ਆਪਣੀ ਸੱਤਾ ਖਿੱਚ ਲਵੇ ਤਾਂ ਇਹ ਕੀ ਕਰ ਸਕਦਾ? ਕੁਝ ਨਹੀਂ ਕਰ ਸਕਦਾ। ਇੱਕ ਦਿਨ ਇਹਦਾ ਵੀ ਖਾਤਮਾ ਹੁੰਦਾ ਹੈ। ਸ਼ਿਵ ਜੀ ਨੂੰ ਵੀ ਮੌਤ ਆਉਂਦੀ ਇੱਕ ਦਿਨ। 10ਵੇਂ ਪਾਤਸ਼ਾਹ ਲਿਖਦੇ ਨੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੈ। ਲਾਸਟ ਇਹਨਾਂ ਨੂੰ ਵੀ ਅਖੀਰ ਜਦੋਂ ਇਹਨਾਂ ਦਾ ਵੀ ਹਿਸਾਬ ਹੁੰਦਾ, ਫਿਰ ਧਰਮ ਰਾਜੇ ਕੋਲ ਇਹਨਾਂ ਨੂੰ ਵੀ ਖਾਤਾ ਖਿਲਾਉਣਾ ਪੈਂਦਾ ਜਾ ਕੇ, ਆ ਸਾਡਾ ਹਿਸਾਬ ਵੀ ਕਰੋ ਜੀ। ਜੇ ਇਹਨਾਂ ਤੋਂ ਵੀ ਕੋਈ ਗਲਤੀ ਹੋਈ ਹੁੰਦੀ ਹੈ, ਇਹਨਾਂ ਨੂੰ ਵੀ ਉਹਦੀ ਸਜ਼ਾ ਭੁਗਤਣੀ ਪੈਂਦੀ। ਫਿਰ ਇਹ ਕਿੱਥੋਂ ਸਤਿਗੁਰੂ ਹੋ ਗਏ? ਇਹ ਤਾਂ ਸਾਡੇ ਹੀ ਸਤਿਗੁਰੂ ਨੇ ਜਿਨ੍ਹਾਂ ਨੂੰ ਆਲ ਇਨ ਆਲ ਆਪੇ ਆਪ ਨਿਰੰਜਨ ਸੋਏ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛ ਗਿੱਛ, ਬਾਕੀਆਂ ਸਾਰਿਆਂ ਤੋਂ ਪੁੱਛ ਗਿੱਛ ਹੁੰਦੀ ਹੈ। ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਵੀ ਮਿਲਦੀ ਹੈ, ਇਹਨਾਂ ਨੂੰ ਸਰਾਪ ਵੀ ਹੋ ਜਾਂਦੇ ਨੇ। ਜਾਓ ਜਾ ਕੇ ਧਰਤੀ ਤੇ ਫਲਾਣੇ ਥਾਂ ਫਲਾਨੀ ਚੀਜ਼ ਬਣ, ਕਿਉਂਕਿ ਤੂੰ ਆਹ ਗਲਤੀ ਕੀਤੀ ਹੈ। ਕਦੇ ਦੇਖਿਆ ਕਿ ਮਹਾਰਾਜ ਨੂੰ ਕਿਸੇ ਨੇ ਕਿਹਾ ਤੂੰ ਫਲਾਣੇ ਥਾਂ ਫਲਾਨੀ ਚੀਜ਼ ਬਣ ਜਾ ਕੇ? ਇਸ ਕਰਕੇ ਇਹਨਾਂ ਦੀ ਇੰਨੀ ਸਮਰੱਥਾ ਨਹੀਂ ਜਿੰਨੀ ਵਧਾਈ ਜਾ ਰਹੇ ਹੋ ਤੁਸੀਂ। ਤੁਸੀਂ ਤਾਂ ਇਹਨਾਂ ਨੂੰ ਪਰਮਾਤਮਾ ਬਣਾਈ ਜਾਂਦੇ ਹੋ, ਤੇ ਪਰਮਾਤਮਾ ਨੂੰ ਪਰਮਾਤਮਾ ਕਿਹਨੇ ਮੰਨਣਾ? ਮਹਾਰਾਜ ਕਹਿੰਦੇ ਦੱਸੋ ਆਉਂਦੇ ਨਹੀਂ ਇਹ ਚੱਕਰਾਂ 'ਚ? ਹੋਏ ਨਹੀਂ ਸ਼ਰਾਪ? ਨਾਰਦ ਮੁਨੀ ਨੇ ਸ਼ਰਾਪ ਦਿੱਤਾ ਨਹੀਂਗਾ ਵਿਸ਼ਨੂੰ ਨੂੰ ਵੀ ਜਾ ਤੂੰ ਵੀ ਰੋਂਦਾ ਫਿਰੇਂਗਾ ਇਸਤਰੀ ਦੇ ਪਿੱਛੇ? ਰਾਮਚੰਦਰ ਰੂਪ ਹੋ ਕੇ ਰੋਏ ਨਹੀਂ? ਦਿਮਾਗ ਬੰਦ ਹੋ ਗਏ ਸਭ ਦੇ। ਹਾਂ ਜੀ ਰੋਏ ਸੀਗੇ। ਕਿਉਂ ਹੁਣ ਕ੍ਰਿਸ਼ਨ ਜੀ ਨੂੰ ਸ਼ਰਾਪ ਨਹੀਂ ਹੋਏ? ਰਾਮਚੰਦਰ ਦੇ ਰੂਪ ਵਿੱਚ ਸ਼ਰਾਪ ਨਹੀਂ ਹੋਏ? ਫਿਰ ਇਹ ਸ਼ਰਾਪ ਹੋਏ ਤਾਂ ਕ੍ਰਿਸ਼ਨ ਜੀ ਦੇ ਪੈਰ 'ਚ ਤੀਰ ਲੱਗਿਆ ਸੀ, ਉਦੋਂ ਸ਼ਰਾਪ ਨਹੀਂ ਹੋਇਆ? ਉਹ ਸਾਰੇ ਸ਼ਰਾਪ ਕਰਕੇ ਹੀ ਤੀਰ ਵੱਜਿਆ ਸੀ। ਮਹਾਰਾਜ ਕਹਿੰਦੇ ਜਦ ਤੁਸੀਂ ਇਹਨਾਂ ਨੂੰ ਭਗਵਾਨ ਮੰਨੀ ਜਾਂਦੇ ਹੋ ਤੇ ਫਿਰ ਅਸਲੀ ਭਗਵਾਨ ਤੱਕ ਕਦ ਪਹੁੰਚੋਗੇ ਤੁਸੀਂ? ਗੁਰ ਗੋਰਖ ਉਹ ਮੇਰਾ ਤਾਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਵਿਸ਼ਨੂੰ ਹੈ। ਮੈਂ ਤਾਂ ਉਸੇ ਨੂੰ ਹੀ ਮੰਨਦਾ ਸਭ ਕੁਝ। ਬਰਮਾ ਗੁਰ ਮੇਰਾ ਗੁਰੂ ਜਿਹੜਾ ਅਕਾਲ ਪੁਰਖ ਉਹੀ ਮੇਰਾ ਬ੍ਰਹਮਾ ਹੈ। ਕਿਉਂਕਿ ਬ੍ਰਹਮਾ ਕੀ ਕੰਮ ਕਰਦਾ? ਕਹਿੰਦੇ ਜੀ ਸ੍ਰਿਸ਼ਟੀ ਦੀ ਸਾਜਨਾ ਕਰਦਾ। ਕਹਿੰਦੇ ਸਾਡੇ ਸਤਿਗੁਰੂ ਵੀ ਸਿੱਖ ਦੀ ਸਾਜਨਾ ਹੀ ਕਰਦੇ ਨੇ। ਸਿੱਖ ਨੂੰ ਪਹਿਲਾਂ ਤਾਂ ਉਹ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਪਹਿਲਾਂ ਤਾਂ ਮਾਤਾ ਦੇ ਉਦਰ ਵਿੱਚ ਇੱਕ ਜਨਮ ਤਾਂ ਇਹ ਹੁੰਦਾ। ਇੱਕ ਜਨਮ ਸਿੱਖ ਦਾ ਉਦੋਂ ਹੁੰਦਾ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ, ਚਾਹੇ ਚਰਨ ਪਹੁਲ ਲੈਂਦਾ। ਜਿਨ ਤੂੰ ਸਾਜ, ਪਹਿਲਾਂ ਤਾਂ ਕਟੜ ਬਟੜ ਦਾੜੀ ਲਈ ਫਿਰਦਾ ਸੀਗਾ। ਮਹਾਰਾਜ ਕਹਿੰਦੇ ਪਹਿਲਾਂ ਦਾੜੀ ਰੱਖ ਓਏ, ਠੀਕ ਹੋ, ਪਹਿਲਾਂ ਕੇਸ ਰੱਖ, ਦਾੜੀ ਕੇਸ, ਦਸਤਾਰ ਬੰਨ ਸਿਰ ਤੇ, ਚੰਗੇ ਸੋਹਣੇ ਕੱਪੜੇ ਪਾ। ਪਹਿਲਾਂ ਤਾਂ ਸਾਜ ਸਾਜਿਆ ਚੰਗੀ ਤਰ੍ਹਾਂ, ਖਾਲਸੇ ਦੀ ਸਾਜਨਾ ਕੀਤੀ ਮਹਾਰਾਜ ਨੇ। ਫਿਰ ਸਵਾਰਿਆ ਇਹਨੂੰ 5 ਕਕਾਰਾਂ ਰਾਹੀਂ, ਫਿਰ ਸ਼ਿੰਗਾਰਿਆ ਇਹਨੂੰ ਬਾਣੀ ਰਾਹੀਂ, ਸ਼ੁਭ ਗੁਣਾ ਰਾਹੀਂ। ਇਹ ਸਾਡਾ ਇੱਕ ਹੋਰ ਜਨਮ ਹੁੰਦਾ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨ੍ਹੈ ਉਬਾਰਿਆ। ਮਾਤਾ ਦੇ ਉਦਰ ਨੂੰ ਹੀ ਇਕੱਲਾ ਗਰਭ ਨਾ ਮੰਨੀ ਜਾਓ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਇਹ ਸੰਸਾਰ ਵੀ ਇੱਕ ਗਰਭ ਹੈ ਜਿਹਦੇ ਵਿੱਚ ਆਪਾਂ ਪਲ ਰਹੇ ਹਾਂ, ਜਨਮ ਲੈ ਰਹੇ ਹਾਂ, ਬਣ ਰਹੇ ਹਾਂ ਕੁਛ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬ੍ਰਹਮਾ ਇਹ ਸਾਜਦਾ ਨਾ ਸ੍ਰਿਸ਼ਟੀ ਨੂੰ, ਮੇਰੇ ਸਤਿਗੁਰੂ ਮੇਰੇ ਵਿੱਚ ਸ਼ੁਭ ਗੁਣਾਂ ਨੂੰ ਸਾਜਦੇ ਨੇ, ਬਣਾਉਂਦੇ ਨੇ।
ब्रह्मा सृष्टि साजण जोगा ही है। ऐ मिट्टी के पुतले बना बना के ब्रह्मा रखी जाता है। ब्रह्मा चेतन सत्ता तो नहीं दे सकता, ਜਿਹੜੀ ਬੱਚੇ 'ਚ ਜਾਨ ਪੈਂਦੀ ਉਹ ਬ੍ਰਹਮਾ ਤਾਂ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਕਿ ਪਾਉਂਦਾ ਹੈ, ਦੱਸੋ ਤਾਂ ਮੈਨੂੰ ਕਿ ਬ੍ਰਹਮਾ ਬੰਦਿਆਂ 'ਚ ਜਾਨ ਪਾਉਂਦਾ? ਕਹਿੰਦੇ ਨਹੀਂ ਜੀ, ਬ੍ਰਹਮਾ ਤਾਂ ਇਕੱਲਾ ਸਰੀਰ ਹੀ ਬਣਾਉਂਦਾ। ਤੇ ਫਿਰ ਤੁਸੀਂ ਬ੍ਰਹਮਾ ਨੂੰ ਰੱਬ ਕਿਵੇਂ ਮੰਨ ਲਿਆ? ਉਹ ਬ੍ਰਹਮਾ ਤਾਂ ਸਿਰਫ ਇੱਕ ਸਰੀਰ ਨੂੰ ਬਣਾਉਂਦਾ। ਪੰਜਾਂ ਤੱਤਾਂ ਦੀ ਮਿੱਟੀ ਕਿਹਨੇ ਬਣਾਈ? ਉਹ ਪੰਜ ਤੱਤ ਕਿਹਨੇ ਬਣਾਏ ਨੇ? ਬਈ ਬ੍ਰਹਮਾ ਨੇ ਬਣਾਏ ਨੇ। ਕਹਿੰਦੇ ਨਹੀਂ ਜੀ, ਇਹ ਤਾਂ ਪ੍ਰਮਾਤਮਾ ਨੇ ਬਣਾਏ ਨੇ। ਫਿਰ ਤੁਸੀਂ ਬ੍ਰਹਮਾ ਨੂੰ ਹੀ ਕਿਵੇਂ ਪ੍ਰਮਾਤਮਾ ਮੰਨ ਲਿਆ? ਉਹ ਪੰਜ ਤੱਤ ਉਹਨੇ ਬਣਾਏ ਨੇ। ਪੰਜਾਂ ਤੱਤਾਂ ਦੀ ਮਿੱਟੀ ਲੈ ਕੇ ਅੱਗੇ ਬੰਦਿਆਂ ਨੂੰ ਇਹ ਬਣਾਉਂਦਾ। ਜਦੋਂ ਅੰਗ ਪ੍ਰਤੰਗ ਬਣ ਜਾਂਦੇ ਨੇ ਬੱਚੇ ਦੇ, ਤਾਂ ਉਹਦੀ ਜੋਤ ਇਹਦੇ 'ਚ ਪ੍ਰਵੇਸ਼ ਕਰਦੀ, ਤਾਂ ਹਿੱਲਣ ਜੁਲਣ ਲੱਗਦਾ। ਇਸ ਕਰਕੇ ਕੌਣ ਵੱਡਾ, ਬ੍ਰਹਮਾ ਵੱਡਾ ਕਿ ਪ੍ਰਮਾਤਮਾ ਵੱਡਾ? ਤਾਂ ਕਹਿਣ ਲੱਗੇ ਜੀ ਪ੍ਰਮਾਤਮਾ ਹੀ ਵੱਡਾ ਹੈ। ਸੋ ਮਹਾਰਾਜ ਕਹਿਣ ਲੱਗੇ ਫਿਰ ਅੱਗੇ, ਹੁਣ ਤੁਸੀਂ ਕਹਿੰਦੇ ਹੋ ਪਾਰਬਤੀ ਤੇ ਮਾਈ। ਇਹ ਜਿਹੜੀ ਪਾਰਬਤੀ ਸ਼ਕਤੀ ਹੈ, ਈਸ਼ਰ ਦੇ ਘਰ ਵਾਲੀ, ਭਾਵ ਸ਼ਿਵ ਜੀ ਦੇ ਘਰ ਵਾਲੀ ਇਸਤਰੀ ਹੈ ਪਾਰਬਤੀ। ਮੈਂ ਤਾਂ ਆਪਣਾ ਸਾਰਾ ਕੁਝ ਪਾਰਬਤੀ ਵੀ ਉਸੇ ਨਹੀਂ ਮੰਨਦਾ। ਪਾਰਬਤੀ ਨੂੰ ਕਿਉਂ ਮੰਨਦੇ ਆ? ਕਿਉਂਕਿ ਪਾਰਬਤੀ ਜਿਹੜੀ ਹੈ ਇਹਦਾ ਨਿਸ਼ਚਾ ਅਡੋਲ ਹੈ। ਅਡੋਲ ਨਿਸ਼ਚੇ ਨਾਲ ਇਹ ਹਰ ਜਨਮ ਵਿੱਚ ਸ਼ਿਵ ਜੀ ਨਾਲ ਹੀ ਵਿਆਹ ਕਰਾਉਣੀ। ਮਹਾਰਾਜ ਕਹਿੰਦੇ ਇਹਨੂੰ ਤਾਂ ਤੁਸੀਂ ਛੱਡੋ, ਸਾਡਾ ਤਾਂ ਆਪਣਾ ਨਿਸ਼ਚਾ ਅਡੋਲ ਪਾਰ ਬ੍ਰਹਮ ਤੇ ਹੀ ਹੈ। ਇਸ ਕਰਕੇ ਮਾਇਆ ਜਿਹੜੀ ਲక్ష్ਮੀ ਹੈ, ਉਹ ਲక్ష్ਮੀ ਕੀ ਦਿੰਦੀ ਹੈ ਬੰਦੇ ਨੂੰ? ਕਹਿੰਦੇ ਬਹੁਤ ਸਾਰਾ ਧਨ ਦੌਲਤ ਪਦਾਰਥ, ਸੋਨਾ ਚਾਂਦੀ ਹੀਰੇ ਮੋਤੀ ਲక్ష్ਮੀ ਦਿੰਦੀ ਹੈ। ਮਹਾਰਾਜ ਕਹਿੰਦੇ ਫਿਰ ਨਿਰੀ ਮਾਇਆ ਨਾਲ ਬੰਦਾ ਕਿਤੇ ਬ੍ਰਹਮ ਗਿਆਨੀ ਬਣ ਜਾਂਦਾ? ਸਾਡੇ ਸਤਿਗੁਰੂ ਵੱਲ ਦੇਖੋ, ਮੇਰੀ ਤਾਂ ਲక్ష్ਮੀ ਵੀ ਮਹਾਰਾਜ ਹੀ ਹੈ ਮੇਰਾ, ਜਿਹੜਾ ਮੈਨੂੰ ਦਿੰਦਾ ਧਰਮ ਅਰਥ ਕਾਮ ਮੋਖ। ਲక్ష్ਮੀ ਤਾਂ ਧਰਮ ਨਹੀਂ ਨਾ ਦੇ ਸਕਦੀ। ਲక్ష్ਮੀ ਕੋਲ ਧਰਮ ਕਿੱਥੇ? ਉਹ ਤਾਂ ਇਕੱਲੀ ਮਾਇਆ ਵਰਤਾ ਸਕਦੀ ਹੈ। ਇਹ ਤਾਂ ਇੱਕ ਇਹਦੀ ਮਾਮੂਲੀ ਜੀ ਸ਼ਕਤੀ ਸੀ। ਤੁਸੀਂ ਉਹ ਸ਼ਕਤੀਆਂ ਨੂੰ ਹੀ ਮੰਨੀ ਜਾਂਦੇ ਹੋ, ਸ਼ਕਤੀਆਂ ਨੂੰ ਮੱਥੇ ਟੇਕੀ ਜਾਂਦੇ ਹੋ। ਇਸ ਕਰਕੇ ਇਹ ਜਿਹੜੀ ਮਾਇਆ ਹੈ ਨਾ, ਲక్ష్ਮੀ ਹੈ, ਲక్ష్ਮੀ ਨੂੰ ਮੰਨਣ ਦੀ ਜਗ੍ਹਾ ਤੇ ਸਤਿਗੁਰੂ ਨੂੰ ਮੰਨੋ। ਜਿਹੜਾ ਕੁਝ ਦੇਣਾ ਹੈ ਉਹ ਸਤਿਗੁਰੂ ਨੇ ਦੇਣਾ ਹੈ। ਸਤਿਗੁਰੂ ਜੀ ਦੇ ਸ਼ਬਦ ਨਾਲ ਹੀ ਕੰਮ ਕਰ ਲਓ, ਡਾਇਰੈਕਟ ਲక్ష్ਮੀ ਦੀ ਪੂਜਾ ਨਾ ਕਰੋ। ਬਹੁਤ ਸਾਰੇ ਲੋਕ ਆਪਣੇ ਘਰ 'ਚ ਫਿਰ ਲక్ష్ਮੀ ਦਾ ਕੈਲੰਡਰ ਲਾਉਣਗੇ। ਚੰਗੇ ਚੰਗੇ ਗੁਰਸਿੱਖਾਂ ਦੇ ਘਰੇ ਵੀ ਲక్ష్ਮੀ ਦਾ ਕੈਲੰਡਰ ਲੱਗਿਆ ਹੁੰਦਾ। ਲక్ష్ਮੀ ਨੂੰ ਵੀ ਮੱਥਾ ਟੇਕਦੇ ਨਾਲ ਵੀ ਬੇਬੇ ਆ ਜਾ, ਦਰਸ਼ਨ ਦੇ ਜਾ ਘਰੇ। ਉਹ ਬੇਬੇ ਨੂੰ ਬੁਲਾਈ ਜਾਂਦੇ ਰਹਿੰਦੇ ਆਪਣੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਦ ਤੁਹਾਨੂੰ ਇਹ ਨਹੀਂ ਪਤਾ ਸੂਰਜ ਦੀਆਂ ਕਿਰਨਾਂ ਸੂਰਜ ਵਿੱਚੋਂ ਨਿਕਲਦੀਆਂ, ਜਿਹੜਾ ਬੰਦਾ ਕਿਰਨਾਂ ਦੀ ਪੂਜਾ ਕਰਨ ਲੱਗ ਜਾਏ ਉਹਦੇ ਵਰਗਾ ਝੱਲਾ ਕੌਣ ਹੋ ਸਕਦਾ? ਹੋਰ ਸੂਰਜ ਨੂੰ ਸਿੱਧਾ ਮੰਨ ਲਈਏ, ਨਮੋ ਸੂਰਜ ਸੂਰਜੇ, ਸੂਰਜਾਂ ਦਾ ਵੀ ਸੂਰਜ ਅਕਾਲ ਪੁਰਖ ਵਾਹਿਗੁਰੂ। ਵਾਹਿਗੁਰੂ ਨੇ ਸਭ ਨੂੰ ਬਣਾਇਆ। ਲక్ష్ਮੀ ਹੁਣੀ ਕੁਛ ਵੀ ਨਹੀਂ ਹੈ, ਦੇਵਤੇ ਦੇਵੀਆਂ ਕੁਛ ਵੀ ਨਹੀਂ ਹੈ। ਕਿਉਂਕਿ ਤੁਹਾਨੂੰ ਹਲੇ ਇਸ ਗੱਲ ਦਾ ਪ੍ਰੈਕਟੀਕਲ ਨਹੀਂ ਹੈ ਵੀ ਲక్ష్ਮੀ ਦੀ ਜਗ੍ਹਾ ਪਤਾ ਕਿੱਥੇ ਆ। ਵੈਸੇ ਤਾਂ ਖੱਬੇ ਹੱਥ ਖੜਦੀ ਮਹਾਰਾਜ ਦੇ, ਪਰ ਜਦ ਸੰਗਤ ਆ ਜੇ ਤਾਂ ਇਹ ਜਾ ਕੇ ਜਿਹੜਾ ਜਿੱਥੇ ਆਪਾਂ ਪੈਰ ਪੂੰਝ ਕੇ ਅੰਦਰ ਵੜਦੇ, ਜਿਹੜੇ ਮੈਟ ਤੇ ਉੱਥੇ ਬੈਠੀ ਹੁੰਦੀ ਹੈ ਲਾਗੇ ਜੇ। ਸਾਰੀ ਸੰਗਤ ਦੇ ਚਰਨ ਝਾੜਦੀ ਹੈ, ਇਹ ਸੇਵਾ ਕਰਦੀ ਹੈ। ਸਤਿਗੁਰੂ ਦੇ ਦਰ ਤੇ ਇਹਨਾਂ ਦੀ ਮਹਾਨਤਾ ਕਿਉਂ ਬਣਾਤੀ? ਜਿਵੇਂ ਆਪਾਂ ਅੱਜ ਕੱਲ੍ਹ ਬਣਾਈ ਹੋਈ ਹੈ, ਮਾਇਆ ਗੋਲਕ ਵਿੱਚ ਪਾਓ ਜੀ, ਮਾਇਆ ਦੀ ਪੂਜਾ ਜ਼ਿਆਦਾ ਹੁੰਦੀ ਆ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮਾਇਆ ਨੂੰ ਮੱਥਾ ਟੇਕਦਾ ਜ਼ਿਆਦਾ। ਇਸ ਕਰਕੇ ਮਾਇਆ ਦਾ ਹੀ ਰੌਲਾ ਗੁਰਦੁਆਰਿਆਂ 'ਚ, ਮਾਇਆ ਦਾ ਹੀ ਝਗੜਾ ਸਾਰਾ। ਪਰ ਮਹਾਰਾਜ ਕਹਿੰਦੇ ਨੇ ਮੇਰਾ ਮਾਲਕ ਤਾਂ ਅਕਾਲ ਪੁਰਖ ਵਾਹਿਗੁਰੂ। ਈ ਤੋਂ ਭਾਵ ਹੈ ਸਰਸਤੀ। ਲੋਕ ਸਰਸਤੀ ਦੀ ਪੂਜਾ ਤਾਂ ਕਰਦੇ ਨੇ ਕਿਉਂਕਿ ਵਿਦਿਆ ਦੀ ਦਾਤੀ ਹੈ। ਹੁਣ ਇਹਨੂੰ ਕੱਲਿਆਂ ਕੱਲਿਆਂ ਨੂੰ ਮੰਨੀਏ? ਪਹਿਲਾਂ ਬਈ ਪਾਰਬਤੀ ਨੂੰ ਮੱਥਾ ਟੇਕੀਏ, ਮਹਾਰਾਜ ਕਹਿੰਦੇ ਫਿਰ ਜਾ ਕੇ ਟੇਕੀਏ ਮਾਇਆ ਨੂੰ, ਲక్ష్ਮੀ ਨੂੰ, ਫਿਰ ਮੱਥਾ ਟੇਕੀਏ ਸਰਸਤੀ ਨੂੰ, ਫਿਰ ਬ੍ਰਹਮਾ ਨੂੰ ਮੱਥਾ ਟੇਕੀਏ, ਕਦੇ ਵਿਸ਼ਨੂੰ ਨੂੰ ਟੇਕੀਏ। ਕਹਿੰਦਾ ਬੰਦਾ ਬੁੜਾ ਹੋ ਜਾਏਗਾ ਮੱਥਾ ਟੇਕਦਾ ਇਹਨਾਂ ਨੂੰ।
क्योंकि इन्हां दी गिणती इन्नी ज़्यादा है, 40 करोड़ के करीब गिणती है जी। एक एक चौल रख के मत्था टेकिया, 1.25 मन तो रोज़ चौल चाहिए आपां नूं, ते शाम तक तो मत्था ही टेक होऊगा इन्हां नूं। तुसीं इह किहड़े चक्करां 'च पै गए हो? तुसीं क्यों नहीं एक नूं मनदे, एक दे मगर क्यों नहीं लगदे? ये जिहड़ी शक्ति बनाई है अकाल पुरख ने, विद्या सरस्ती बनाई है, बनाई तो अकाल पुरख ने ही है ना। इस करके मैं तो अपने सतगुरु नूं ही अपना विद्या दाता मनदा। महाराज ने एक प्रश्न होर करता उन्होंने। महाराज कह लिया, आओ दसो बई ये जिहड़ी तुहाडी सरस्ती है ये किहड़ी किहड़ी विद्या दिंदी है? कहते जी 14 विद्या दी मालक है। 14 विद्या हो गई, तैराकी दी विद्या, संगीत दी विद्या, ज्योतिष विद्या, स्कूली विद्या, और बहुत सारिया विद्या। हुण गुरु नानक देव जी कहते 14 विद्या हो गई तुहाडी। हाँ, कह लो सरस्ती नूं मैं तुहाडे कोल खड़ी कर दिंदा, तुसीं सरस्ती अगे हथ जोड़ के कहो, हे माता सानू ब्रह्म विद्या दे दे। तुसीं कहो उहनूं, कहने महाराज ब्रह्म विद्या तो नहीं दे सकदी ओह। कहते क्यों? नाले तुसीं उहनूं विद्या दी दाती मन्निया होया। कहने जी ब्रह्म दी विद्या तो केवल ब्रह्म ही दे सकदा। कहने फिर उहनूं क्यों मां मनदे हो अपनी? वो विद्या दाती है तो संसारी विद्या की दाती है, ब्रह्म की विद्या तो ब्रह्म ही दे सकता ना। इस करके महाराज कहने फिर 14 विद्या पढ़न तो बाद इंसान जो ब्रह्म विद्या मंगूगा तो ये कह दी ये मेरे कोल नहीं है, ये अकाल पुरख तो मंगो। तो इस करके असीं कहने सतगुरु तो ही ब्रह्म विद्या मंगो। जेड़े इंसान कोल ब्रह्म विद्या ना, ਉਹਦੇ ਕੋਲ दुनिया ਦੀਆਂ ਸਾਰੀਆਂ विद्या हथ जोड़ के खड़ियां हों। ਜਿਹਦੇ ਕੋਲ मूल मंत्र है ना, ਜਾਂ ਤੀਜੇ ਪਾਤਸ਼ਾਹ ਵੇਲੇ ਪੰਡਤਾਂ ਨੇ ਇਹ ਕੇਸ ਕਰਤਾ ਅਕਬਰ ਦੀ ਅਦਾਲਤ ਵਿੱਚ ਕਿ ਇਹਨਾਂ ਨੇ ਨਵਾਂ ਇੱਕ ਰਚਿਆ ਹੈ ਗੁਰੂ ਗ੍ਰੰਥ ਸਾਹਿਬ। ਇਹਨਾਂ ਨੇ ਜੀ ਇੱਕ ਨਵਾਂ ਵਾਹਿਗੁਰੂ ਮੰਤਰ ਬਣਾਇਆ ਜੀ, ਇਹਨਾਂ ਨੇ ਹਰਮੰਦਰ ਸਾਹਿਬ ਬਣਾਇਆ ਜਾਂ ਬੌਲੀ ਸਾਹਿਬ ਦੇ ਤੀਰਥ ਰਚਿਆ ਉਦੋਂ ਤੀਜੇ ਪਾਤਸ਼ਾਹ ਵੇਲੇ। ਤੇ ਇਹ ਜਿਹੜਾ ਹੈ ਇਹ ਸਾਡੇ ਧਰਮ ਤੇ ਹਮਲਾ, ਇਹ ਬਣਾਉਣਾ ਨਹੀਂ ਚਾਹੀਦਾ। 4 ਵੇਦ ਹੈਗੇ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ? ਤਾਂ ਹੁਣ ਉੱਥੇ ਤਰੀਕ ਤੇ ਜਾਣਾ ਸੀ ਲਾਹੌਰ। ਮਹਾਰਾਜ ਤੀਜੇ ਪਾਤਸ਼ਾਹ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਨੂੰ, ਤੁਸੀਂ ਜਾਓ, ਤੁਸੀਂ ਜਾ ਕੇ ਚਰਚਾ ਕਰਕੇ ਸਾਰੀ ਗੱਲ ਦੱਸੋ। ਚੌਥੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ, ਨਾ ਮੈਂ ਕੋਈ ਵੇਦ ਪੜ੍ਹਿਆ, ਨਾ ਸ਼ਾਸਤਰ, ਨਾ ਸਿਮਰਤੀਆਂ ਉਪਨਿਸ਼ਦਾਂ, ਤੇ मैं उत्थे जवाब किद्दां देवांगा? महाराज हस के कहन लगे, कहने मूल मंत्र के अधीन है सारियां विद्या, जिन्नी दुनिया की विद्या छोटियां छोटियां जो भी, कहने मूल मंत्र के अधीन की नहीं है। तुसी जदों जाके उत्थे खड़ोगे ना तो तुसी 5 वारी मूल मंत्र पढ़ लेना, तुहाडे खब्बे हथ सारियां विद्या हथ जोड़ के खड़ जाणगियां आके, ਜਿਹੜਾ ਮਰਜੀ ਜਵਾਬ ਦੇ ਲਿਓ। जब चौथे पातशाह महाराज गए 5 मूल मंत्र के पाठ किए, ਜਾਂ खड़ी विद्या ही विद्या खड़ गई सारियां आके, सारे जवाब दे दिते। उस वक्त तो जय जयकार हो गई चौथे पातशाह की, गुरु घर की जय जयकार हुई, ब्राह्मण सारे हार गए चर्चा च। सो इस करके जिहड़ी है जो भी कुछ मंगना है वो गुरु ग्रंथ साहिब तो ही मंगना है। ये गुरसिख भी जान लो, एवें इधर उधर भटके फिरों किते, अखीर तो सारा कुछ इत्थों ही मिलना आपां नूं। जिन्ना मर्जी निश्चय डला के कोई भज्या फिरे, महाराज ने कहता ख्वार होए सब मिलेंगे, बचे शरण जो होए। वो इधर उधर भावें भटकते फिरन, जिन्हां दा निश्चय गुरु ग्रंथ साहिब ते टेक गया, कोई वड्डी गल नहीं। यकीन करो इस गल ते। रागी जीता सिंह हुंदा सी संत बाबा गुरबचन सिंह जी खालसा नाल लाहौर, जदों बड़ी पुरानी गल है, लाहौर मुसलमानों का बहुत वड्डा समागम सी, एक रागां दा समागम सी। ये जीता सिंह हुणी रागी सी, महापुरुषां कोले ये भी चले गए देखण वास्ते। चलो रागियां नूं शौक हुंदा राग विद्या देखांगे। स्टेज ते जाके कहंदे मैनू भी 1-2 मिनट दो, मैं भी राग जानदा। वो हस पे सारे जण। मुसलमान कहंदे वो तुहानूं सिखां नूं राग नहीं दिता रब ने, जा अपना काम कर जाके।
ਇਹ ਤਾਂ ਸਾਨੂੰ ਹੀ ਬਖਸ਼ਿਸ਼ ਹੋਈ ਵੀ ਆ, ਅੱਲਾਹ ਤਾਲਾ ਵੱਲੋਂ ਰਾਗ ਸਾਡੇ ਕੋਲ ਹੀ ਆ। ਜੀਤਾ ਸਿੰਘ ਦੇ ਮਨ ਨੂੰ ਬੜੀ ਸੱਟ ਵੱਜੀ, ਆ ਕੇ ਮਹਾਂਪੁਰਸ਼ਾਂ ਨੂੰ ਕਹਿੰਦਾ ਜੀ ਅੱਜ ਤੇ ਬੜੀ ਨਾ